ओशो दा जवाब। सवाल, मैं थोड़ी कुछ साधना करदी हाँ, खास कर ਉਹਦੇ ਬਾਰੇ मैं ਪੁੱਛਣਾ है। साधना करेंगी ਤਾਂ ਪੁੱਛ ਹੀ ਨਾ ਸਕੇਂਗੀ। ਸਾਧਨਾ ਇੰਨੀ ਤੇ ਉਨੀ ਨਹੀਂ ਹੁੰਦੀ, ਮਿਕਦਾਰ ਨਹੀਂ ਹੁੰਦੀ। ਇਹ ਸਾਡਾ ਬੜਾ ਭਰਮ ਹੈ, ਕਿਉਂਕਿ ਅਸੀਂ ਚੀਜ਼ਾਂ ਦੀ ਦੁਨੀਆ ਨਾਲ ਵਾਕਿਫ ਹਾਂ, ਇਸ ਲਈ ਹਮੇਸ਼ਾ ਕੁਆਂਟਿਟੀ ਦੇ ਹਿਸਾਬ ਨਾਲ ਸੋਚਦੇ ਹਾਂ। ਚੀਜ਼ਾਂ ਦੀ ਦੁਨੀਆ ਨਾਲ ਵਾਕਫ ਹੋਣ ਦੇ ਕਾਰਨ ਸਾਨੂੰ ਭਰਮ ਹੁੰਦਾ ਹੈ, ਕਿਉਂਕਿ ਚੀਜ਼ਾਂ ਵਿੱਚ ਤਾਂ ਕੁਆਂਟਿਟੀ ਹੈ ਤੇ ਅੰਦਰ ਸਿਰਫ ਕੁਆਲਿਟੀ ਹੈ, ਕੁਆਂਟਿਟੀ ਨਹੀਂ ਹੈ। ਭਾਵ ਦੀ ਦੁਨੀਆ 'ਚ ਕੋਈ ਮਿਕਦਾਰ ਨਹੀਂ ਹੈ, ਇਸ ਲਈ ਅਸੀਂ ਅਜਿਹਾ ਨਹੀਂ ਕਹਿ ਸਕਦੇ ਕਿ ਅਸੀਂ ਕਿਸੇ ਨੂੰ ਘੱਟ ਪ੍ਰੇਮ ਕਰਦੇ ਹਾਂ, ਜਾਂ ਤਾਂ ਕਰਦੇ ਹਾਂ ਜਾਂ ਨਹੀਂ ਕਰਦੇ। ਘੱਟ ਤੇ ਵੱਧ ਪ੍ਰੇਮ ਨਹੀਂ ਹੋ ਸਕਦਾ, ਕਿਉਂਕਿ ਉੱਥੇ ਨਾਪਣ ਦਾ ਕੋਈ ਉਪਾਅ ਵੀ ਨਹੀਂ ਹੈ। ਜਾਂ ਤਾਂ ਅਸੀਂ ਪ੍ਰੇਮ ਕਰਦੇ ਹਾਂ ਜਾਂ ਅਸੀਂ ਨਹੀਂ ਕਰਦੇ ਹਾਂ। ਘੱਟ ਪ੍ਰੇਮ ਧੋਖੇ ਦੀ ਗੱਲ ਹੈ। ਇਵੇਂ ਹੀ ਜਾਂ ਤਾਂ ਅਸੀਂ ਸਾਧਨਾ 'ਚ ਜਾਂਦੇ ਹਾਂ ਤੇ ਜਾਂ ਨਹੀਂ ਜਾਂਦੇ ਹਾਂ। ਘੱਟ ਸਾਧਨਾ ਧੋਖੇ ਦੀ ਗੱਲ ਹੈ, ਪਰ ਕਿਉਂਕਿ ਅਸੀਂ ਵਸਤੂਆਂ ਦੀ ਦੁਨੀਆ 'ਚ ਜਿਉਂਦੇ ਹਾਂ, ਸਾਡੀ ਸੋਚਣੀ ਉੱਥੋਂ ਤੋਂ ਬਣਦੀ ਹੈ, ਤਾਂ ਉੱਥੇ ਮਿਕਦਾਰਾਂ ਹਨ ਅਤੇ ਉਹਨਾਂ ਹੀ ਮਿਕਦਾਰਾਂ ਨੂੰ ਅਸੀਂ ਅਧਿਆਤਮ 'ਚ ਵੀ ਲੈ ਆਉਂਦੇ ਹਾਂ, ਤਦ ਬੜੀ ਭੁੱਲ ਸ਼ੁਰੂ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਪੌੜੀਆਂ ਲੈ ਆਉਂਦੇ ਹਾਂ ਅਧਿਆਤਮ ਦੀ ਦੁਨੀਆ ਵਿੱਚ। ਉੱਥੇ ਸਿਰਫ ਛਲਾਂਗ ਹੈ, ਉੱਥੇ ਕੋਈ ਪੌੜੀਆਂ ਨਹੀਂ। ਪਰ ਜੇ ਪੌੜੀਆਂ ਨਾ ਹੋਣ ਤਾਂ ਗੁਰੂ ਤੇ ਸ਼ਿਸ਼ ਦਾ ਕੀ ਬਣੇ? ਗੁਰੂ ਇਹ ਹੈ ਜੋ ਸਿਖਰਲੀ ਪੌੜੀ 'ਤੇ ਖੜ੍ਹਾ ਹੈ, ਸ਼ਿਸ਼ ਉਹ ਹੈ ਜੋ ਪਹਿਲੀ ਪੌੜੀ 'ਤੇ ਖੜ੍ਹਾ ਹੈ। ਅਧਿਆਤਮ ਦੀ ਦੁਨੀਆ 'ਚ ਇਸ ਲਈ ਸ਼ਿਸ਼ ਤੇ ਗੁਰੂ ਨਹੀਂ ਹੋ ਸਕਦੇ। ਉਹ ਸਭ ਸਾਡੀ ਵਸਤੂਆਂ ਦੀ ਦੁਨੀਆ ਤੋਂ ਲਈਆਂ ਗਈਆਂ ਉਧਾਰੀਆਂ ਗੱਲਾਂ ਹਨ। ਜਿੱਥੇ ਮਜ਼ਦੂਰ ਹੈ ਤੇ ਮਾਲਕ ਹੈ, ਜਿੱਥੇ ਸ਼ਿਸ਼ ਹੈ ਤੇ ਗੁਰੂ ਹੈ, ਕੋਈ ਸਿਖਾਉਣ ਵਾਲਾ ਹੈ, ਕੋਈ ਸਿੱਖਣ ਵਾਲਾ ਹੈ। ਅਧਿਆਤਮ ਦੀ ਦੁਨੀਆ 'ਚ ਨਾ ਕੋਈ ਸਿਖਾਉਣ ਵਾਲਾ ਹੈ, ਨਾ ਕੋਈ ਸਿੱਖਣ ਵਾਲਾ ਹੈ। ਸਿੱਖਣ ਦੀ ਇੱਕ ਛਲਾਂਗ ਹੈ, ਅ ਜੰਪ ਇਨਟੂ ਲਰਨਿੰਗ। ਪ੍ਰੋਸੈਸ ਨਹੀਂ ਹੈ, ਲਰਨਿੰਗ ਉੱਥੇ ਹੈ। ਇਸ ਲਈ ਕ੍ਰਮ ਨਹੀਂ ਹੈ, ਗ੍ਰੇਡ ਨਹੀਂ ਹੈ। ਇਹ ਪਰ ਸ਼ੋਸ਼ਣ ਦਾ ਕੀ ਬਣੇਗਾ? ਜੇਕਰ ਗ੍ਰੇਡ ਨਾ ਹੋਵੇ ਤਾਂ ਸ਼ੋਸ਼ਣ ਕਰਨਾ ਬਹੁਤ ਮੁਸ਼ਕਿਲ ਹੈ। ਇਸ ਲਈ ਅਸੀਂ ਗ੍ਰੇਡ ਬਣਾਉਂਦੇ ਹਾਂ। ਅਸੀਂ ਕਹਿੰਦੇ ਹਾਂ ਅਜੇ ਨੰਬਰ 1 ਦੀ ਪੌੜੀ ਹੈ, ਇਹ ਨੰਬਰ 2 ਦੀ ਪੌੜੀ ਹੈ, ਮੈਂ ਨੰਬਰ 5 ਦੀ ਪੌੜੀ ਉੱਤੇ ਆ। ਮੈਂ ਗਿਆ। ਮੇਰੇ ਨਾਲ ਇੱਕ ਬਹੁਤ ਮਜ਼ੇਦਾਰ ਮਾਮਲਾ ਹੋਇਆ। ਇੱਕ ਸੰਨਿਆਸੀ ਹਨ, ਵੱਡਾ ਆਸ਼ਰਮ ਹੈ ਉਹਨਾਂ ਦਾ, ਅਤੇ ਹਜ਼ਾਰਾਂ ਉਹਨਾਂ ਦੇ ਸ਼ਿਸ਼ ਹਨ। ਉਹ ਇੱਕ ਵੱਡੇ ਤਖ਼ਤ ਉੱਤੇ ਬੈਠੇ ਹਨ। ਉਹਨਾਂ ਦੇ ਬਗਲ 'ਚ ਇੱਕ ਛੋਟਾ ਤਖ਼ਤ ਰੱਖਿਆ ਹੋਇਆ ਹੈ। ਉਸ ਉੱਤੇ ਇੱਕ ਦੂਜੇ ਸੰਨਿਆਸੀ ਬੈਠੇ ਹਨ ਅਤੇ ਬਾਕੀ ਸੰਨਿਆਸੀ ਹੇਠਾਂ ਬੈਠੇ ਹਨ। ਮੈਂ ਗਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਇਹ ਕੌਣ ਬੈਠੇ ਆ? ਮੈਂ ਕਿਹਾ ਮੈਂ ਨਹੀਂ ਜਾਣਦਾ। ਉਹਨਾਂ ਨੇ ਕਿਹਾ ਚੀਫ ਜਸਟਿਸ ਸਨ ਹਾਈ ਕੋਰਟ ਦੇ, ਹੁਣ ਸੰਨਿਆਸੀ ਹੋ ਗਏ, ਲੇਕਿਨ ਬੜੇ ਨਿਮਰ ਹਨ, ਕਦੇ ਮੇਰੇ ਨਾਲ ਤਖ਼ਤ ਉੱਤੇ ਨਹੀਂ ਬੈਠਦੇ, ਹਮੇਸ਼ਾ ਛੋਟੇ ਤਖ਼ਤ ਉੱਤੇ ਹੇਠਾਂ ਬੈਠਦੇ ਹਨ। ਮੈਂ ਕਿਹਾ ਇਹ ਤਾਂ ਨਿਮਰ ਹਨ, ਪਰ ਤੁਸੀਂ ਕੌਣ ਹੋ ਕਿ ਤੁਸੀਂ ਹਮੇਸ਼ਾ ਇਹਨਾਂ ਦੇ ਨਾਲ ਵੱਡੇ ਤਖ਼ਤ 'ਤੇ ਬੈਠਦੇ ਹੋ? ਜੇ ਨਿਮਰ ਹਨ ਤਾਂ ਤੁਸੀਂ ਕੌਣ ਹੋ? ਅਤੇ ਮੈਂ ਕਿਹਾ ਇਹ ਵੀ ਛੋਟੇ ਤਖ਼ਤ 'ਤੇ ਬੈਠਦੇ, ਇਹਨਾਂ ਤੋਂ ਵੀ ਹੇਠਾਂ ਲੋਕ ਬੈਠੇ ਹੋਏ ਹਨ, ਇਹ ਵੀ ਉਹਨਾਂ ਦੇ ਨਾਲ ਨਹੀਂ ਬੈਠਦੇ। ਇਹ ਤੁਹਾਡੇ ਮਰਨ ਦੀ ਰਾਹ ਤੱਕ ਰਹੇ ਹਨ। ਜਦ ਤੁਸੀਂ ਇਹ ਤਖ਼ਤ ਖਾਲੀ ਕਰੋਗੇ ਤਾਂ ਦੇ ਉੱਪਰ ਬੈਠ ਜਾਣਗੇ। ਹਾਇਰਾਰਕੀ ਚੱਲੇਗੀ। ਚੀਫ ਡਿਸਾਈਪਲ ਹਨ ਇਹ ਤੁਹਾਡੇ, ਜਦ ਤੁਸੀਂ ਮਰੋਗੇ ਤਾਂ ਇਹ ਗੁਰੂ ਹੋ ਜਾਣਗੇ। ਉਹ ਜਿਹੜੇ ਹੇਠਾਂ ਬੈਠਦੇ ਹਨ ਉਹਨਾਂ 'ਚ ਜਿਹੜਾ ਸਭ ਤੋਂ ਜ਼ਿਆਦਾ ਕੰਪੀਟੀਟਿਵ ਹੋਏਗਾ, ਐਂਬੀਸ਼ੀਅਸ ਹੋਏਗਾ, ਉਹ ਇਸ ਤਖ਼ਤ ਉੱਤੇ ਕਬਜ਼ਾ ਕਰ ਲਏਗਾ। ਫਿਰ ਇਹ ਗੁਰੂ ਉਹਦੇ ਲਈ ਕਹੇਗਾ ਕਿ ਬਹੁਤ ਨਿਮਰ ਹੈ। ਨਿਮਰ ਇਸ ਲਈ ਕਹਿ ਰਿਹਾ ਕਿ ਉਹ ਮੇਰੇ ਹੰਕਾਰ ਦੀ ਤ੍ਰਿਪਤੀ ਕਰਵਾ ਰਿਹਾ। ਨਾ ਨਿਮਰ ਹੈ। ਜੇ ਉਹ ਛੜੱਪਾ ਵੀ ਮਾਰ ਕੇ ਇਸ ਤਖ਼ਤ ਉੱਤੇ ਬੈਠ ਜਾਏ ਤਦ ਨਿਮਰ ਨਹੀਂ ਰਹਿ ਜਾਏਗਾ, ਕਿਉਂਕਿ ਮੇਰੇ ਹੰਕਾਰ ਨੂੰ ਚੋਟ ਪੁੱਜਣੀ ਸ਼ੁਰੂ ਹੁੰਦੀ ਹੈ। ਅਤੇ ਮੈਂ ਕਿਹਾ ਕਿ ਤੁਸੀਂ ਇਹ ਕਿਉਂ ਦੱਸਦੇ ਹੋ ਕਿ ਇਹ ਆਦਮੀ ਹਾਈ ਕੋਰਟ ਦਾ ਚੀਫ ਜਸਟਿਸ ਹੈ? ਸੰਨਿਆਸੀ ਦਾ ਮਤਲਬ ਹੀ ਹੈ ਕਿ ਜੋ ਇਹ ਸੀ ਹੁਣ ਨਹੀਂ ਹੈ। ਇਹ ਕੋਈ ਵੀ ਰਿਹਾ ਹੋਵੇ, ਚਮਾਰ ਰਿਹਾ ਹੋਵੇ, ਹਾਈ ਕੋਰਟ ਦਾ ਜਸਟਿਸ ਰਿਹਾ ਹੋਵੇ, ਨਾ ਰਿਹਾ ਹੋਵੇ, ਇਸ ਨਾਲ ਕੋਈ ਗੱਲ ਨਹੀਂ ਹੈ। ਇਹ ਛਲਾਂਗ ਲਾ ਗਿਆ ਹੈ। ਹੁਣ ਇਹ ਦੱਸਣ ਦੀ ਕੀ ਲੋੜ ਹੈ? ਇਹ ਵੀ ਤੁਸੀਂ ਅਜੇ ਦੱਸਦੇ ਹੋ ਕਿ ਇਹ ਕੋਈ ਸਧਾਰਨ ਸੰਨਿਆਸੀ ਨਹੀਂ ਹੈ, ਯਾਨੀ ਇਹ ਚਮਾਰ ਸੀ, ਕੋਈ ਪਾਪ ਕਰਦਾ ਸੀ, ਹਾਈ ਕੋਰਟ ਦਾ ਚੀਫ ਜਸਟਿਸ ਸੀ, ਤਾਂ ਫਿਰ ਇਹ ਛੱਡ ਕੇ ਕਿਤੇ ਗਿਆ ਹੀ ਨਹੀਂ ਹੈ। ਫਿਰ ਉਹੀ ਦਾ ਉਹੀ ਹੈ। ਸਾਰੀ ਦੁਨੀਆ 'ਚ ਅਧਿਆਤਮ ਨੂੰ ਜੋ ਨੁਕਸਾਨ ਪਹੁੰਚਿਆ ਉਹ ਗ੍ਰੇਡੇਸ਼ਨ ਨਾਲ ਪਹੁੰਚਿਆ, ਕਿਉਂਕਿ ਤਦ ਦੁਨੀਆ 'ਚ ਜੋ ਅਹੁਦੇ ਸਨ, ਪੌੜੀਆਂ ਸਨ, ਪਦਵੀਆਂ ਸਨ, ਉਹ ਸਭ ਉੱਥੇ ਪਹੁੰਚ ਗਈਆਂ। ਨਾਮ ਬਦਲ ਗਏ, ਉੱਥੇ ਸਭ ਪਹੁੰਚ ਗਈਆਂ, ਨਾਂ ਨਾਲੋਂ ਖੜੀਆਂ ਹੋ ਗਈਆਂ। ਇੱਥੇ ਨੇਤਾ ਸੀ, ਪੈਰੋਕਾਰ ਸੀ, ਉੱਥੇ ਗੁਰੂ ਤੇ ਸ਼ਿਸ਼ ਹੋ ਗਿਆ। ਇੱਥੇ ਮਾਲਕ ਸੀ, ਮਜ਼ਦੂਰ ਸੀ, ਉੱਥੇ ਸਿਖਾਉਣ ਵਾਲਾ ਤੇ ਸਿੱਖਣ ਵਾਲਾ ਹੋ ਗਿਆ। ਲੇਕਿਨ ਜਿੱਥੇ ਵੀ ਸ਼੍ਰੇਣੀ ਹੈ ਉੱਥੇ ਸ਼ੋਸ਼ਣ ਹੈ।
ਸ਼੍ਰੇਣੀ ਅਰਥਾਤ ਸ਼ੋਸ਼ਣ। ਕਿਸੇ ਵੀ ਤਰ੍ਹਾਂ ਦੀ ਸ਼੍ਰੇਣੀ ਹੋਏਗੀ ਤਾਂ ਸ਼ੋਸ਼ਣ ਹੋਏਗਾ, ਅਤੇ ਜਿੱਥੇ ਸ਼ੋਸ਼ਣ ਨਹੀਂ ਹੈ ਉੱਥੇ ਸ਼੍ਰੇਣੀ ਨੂੰ ਬਣਨ ਦਾ ਉਪਾਅ ਨਹੀਂ ਹੈ। ਉਹਨੂੰ ਬਣਾਓਗੇ ਕਿਵੇਂ? ਸੋ ਮੇਰੀ ਆਪਣੀ ਸਮਝ ਹੈ ਕਿ ਸ਼ਾਇਦ ਜੀਵਨ ਤੋਂ ਹੋਰ ਤਰ੍ਹਾਂ ਦੀਆਂ ਸ਼੍ਰੇਣੀਆਂ ਮਿਟਣੀਆਂ ਤਾਂ ਬਹੁਤ ਅਸੰਭਵ ਹੈ। ਘੱਟੋ ਘੱਟ ਅਧਿਆਤਮ ਦੀ ਸ਼੍ਰੇਣੀ ਤਾਂ ਨਹੀਂ ਹੋਣੀ ਚਾਹੀਦੀ। ਯਾਨੀ ਉਹ ਇੱਕੋ ਇੱਕ ਪੋਸੀਬਿਲਿਟੀ ਹੈ ਜਿੱਥੇ ਅਸੀਂ ਸ਼੍ਰੇਣੀਹੀਣਤਾ ਲਿਆਈਏ। ਪਰ ਉੱਥੇ ਸਖਤ ਸ਼੍ਰੇਣੀ ਹੈ, ਜਿੰਨੀ ਕਿ ਧਨ ਦੀ ਦੁਨੀਆ ਵਿੱਚ ਵੀ ਸਖਤ ਸ਼੍ਰੇਣੀ ਨਹੀਂ ਹੈ। ਉੱਥੇ ਬਹੁਤ ਸਖਤ ਸ਼੍ਰੇਣੀ ਹੈ। ਸਾਡੀ ਐਂਬਿਸ਼ਨ, ਸਾਡੀ ਈਗੋ, ਸਾਡਾ ਹੰਕਾਰ ਕਿੰਨੇ ਤਰ੍ਹਾਂ ਦੇ ਰੂਪ ਧਾਰਦਾ ਹੈ। ਇਹਨੂੰ ਕਹਿਣਾ ਬਹੁਤ ਕਠਿਨ ਹੈ। ਅਤੇ ਹੰਕਾਰ ਜਦ ਵੀ ਕੋਈ ਰੂਪ ਲੈਂਦਾ ਹੈ ਤਾਂ ਉਹਦੇ ਸੋਚਣ ਦਾ ਢੰਗ ਸਦਾ ਹੀ ਪ੍ਰੋਸੈਸ ਵਿੱਚ ਹੁੰਦਾ, ਕਿਉਂਕਿ ਹੰਕਾਰ ਛਲਾਂਗ ਨਹੀਂ ਲਾ ਸਕਦਾ, ਛਲਾਂਗ 'ਚੋਂ ਮਰ ਜਾਂਦਾ ਹੈ। ਉਹ ਇੱਕ ਇੱਕ ਕਦਮ ਵੱਧਦਾ ਹੈ, ਅਤੇ ਇੱਕ ਇੱਕ ਕਦਮ ਉਹ ਇਸ ਲਈ ਵੱਧਦਾ ਹੈ ਕਿ ਜਦ ਇੱਕ ਇੱਕ ਕਦਮ ਨੂੰ ਮਜ਼ਬੂਤ ਕਰ ਲੈਂਦਾ ਤਦ ਪਿੱਛੇ ਦਾ ਕਦਮ ਛੱਡਦਾ ਹੈ। ਛਲਾਂਗ ਦਾ ਮਤਲਬ ਇਹ ਹੈ ਅਗਲਾ ਕਦਮ ਅਨਿਸ਼ਚਿਤ ਹੈ, ਪਵੇ ਨਾ ਪਵੇ, ਖੱਡਾ ਹੋਵੇ, ਏਬਿਸ ਹੋਵੇ। ਛਲਾਂਗ ਦਾ ਮਤਲਬ ਹੈ ਕਿ ਅਗਲਾ ਕਦਮ ਨਿਸ਼ਚਿਤ ਨਹੀਂ ਕੀਤਾ, ਕੁੱਦ ਪਏ ਹਾਂ। ਵਧਣ ਦਾ ਮਤਲਬ ਇਹ ਹੈ ਕਿ ਅਗਲਾ ਕਦਮ ਚੰਗੀ ਤਰ੍ਹਾਂ ਨਿਸ਼ਚਿਤ ਕਰ ਲਿਆ, ਪੈਰ ਚੰਗੀ ਤਰ੍ਹਾਂ ਜਮਾ ਲਿਆ, ਤਦ ਪਿਛਲਾ ਕਦਮ ਚੁੱਕਿਆ। ਯਾਨੀ ਜਦ ਤੁਸੀਂ ਭਵਿੱਖ ਨੂੰ ਚੰਗੀ ਤਰ੍ਹਾਂ ਨਿਸ਼ਚਿਤ ਕਰ ਲੈਂਦੇ ਆ ਤਦ ਵਰਤਮਾਨ ਨੂੰ ਛੱਡਦੇ ਹਾਂ। ਇਹ ਤਾਂ ਕ੍ਰਮ ਨਾਲ ਸੋਚਣ ਦਾ ਢੰਗ ਹੈ। ਛਲਾਂਗ ਨਾਲ ਸੋਚਣ ਦਾ ਢੰਗ ਇਹ ਹੈ ਕਿ ਅਸੀਂ ਵਰਤਮਾਨ ਨੂੰ ਤਾਂ ਛੱਡ ਹੀ ਦਿੰਦੇ ਹਾਂ, ਭਵਿੱਖ ਨੂੰ ਅਨਿਸ਼ਚਿਤ ਰੱਖ ਲੈਂਦੇ ਹਾਂ। ਇੰਨਾ ਨਿਰਭੈ ਹੋਵੇ ਤਦ ਹੀ ਅਧਿਆਤਮ 'ਚ ਗਤੀ ਹੈ। ਉਸ ਭੈ ਦੇ ਕਾਰਨ ਚੰਗਾ ਹੋਵੇ ਅਤੇ ਇਹ ਇੱਕ ਇੱਕ ਕਦਮ ਹੀ ਨਿਸ਼ਚਿਤ ਹੋ ਸਕਦਾ ਹੈ, ਜ਼ਿਆਦਾ ਤੋਂ ਜ਼ਿਆਦਾ। ਇਸ ਲਈ ਅੱਗੇ ਦੀਆਂ ਪੌੜੀਆਂ ਜਦ ਅਸੀਂ ਪੱਕੀਆਂ ਮਜ਼ਬੂਤ ਬਣਾ ਲੈਂਦੇ ਹਾਂ ਤਦ ਅਸੀਂ ਉਹਨੂੰ ਚੜ੍ਹਦੇ ਹਾਂ, ਪਿੱਛੇ ਦੀ ਪੌੜੀ ਛੱਡਦੇ ਹਾਂ। ਇਹ ਛੱਡਣਾ ਨਹੀਂ ਹੈ, ਇਹ ਸਿਰਫ ਵਧਣਾ ਹੈ। ਇਸ ਪੌੜੀ 'ਚ ਪਿਛਲੀ ਪੌੜੀ ਇੰਪਲਾਈ ਹੈ। ਇੱਕ ਆਦਮੀ ਦੇ ਕੋਲ 10,000 ਰੁਪਏ ਹਨ, ਉਹ 10,000 ਛੱਡਦਾ ਹੈ, 50,000 ਪਾ ਲੈਂਦਾ ਹੈ। 10,000 ਉਹ ਛੱਡਦਾ ਨਹੀਂ ਹੈ। ਇਸ 50,000 'ਚ 40,000 10,000 ਜੁੜਨਗੇ। ਉਹ ਸਿਰਫ 40,000 ਪਾਉਂਦਾ ਹੈ, 10,000 ਛੱਡਦਾ ਨਹੀਂ। ਪਿਛਲੀ ਪੌੜੀ ਹਮੇਸ਼ਾ ਅਗਲੀ ਪੌੜੀ 'ਚ ਸਮੋ ਲੈਂਦਾ ਹੈ। ਸੋ ਹੰਕਾਰ ਜੋ ਹੈ ਉਹ ਇਉਂ ਤੁਰਦਾ ਜਿਵੇਂ ਸੱਪ ਤੁਰਦਾ ਹੈ। ਅੱਗੇ ਜਦ ਜਾਂਦਾ ਤਾਂ ਆਪਣੇ ਪੂਰੇ ਸਰੀਰ ਨੂੰ ਸੰਗੋੜ ਕੇ ਅੱਗੇ ਲੈ ਆਉਂਦਾ ਹੈ। ਤਾਂ ਹੰਕਾਰ ਇਸ ਲਈ ਕਦੇ ਕੁਛ ਨਹੀਂ ਛੱਡਦਾ, ਉਹ ਸਾਰੇ ਪਾਸਟ ਨੂੰ ਸਦਾ ਸੰਗੋੜ ਕੇ ਅੱਗੇ ਖਿੱਚਦਾ ਰਹਿੰਦਾ ਹੈ। ਇਸ ਲਈ ਹੰਕਾਰ ਬੇਸਿਕਲੀ ਕਦੀ ਕ੍ਰਾਂਤੀ 'ਚ ਨਹੀਂ ਗੁਜ਼ਰਦਾ, ਉੱਥੇ ਦਾ ਉੱਥੇ ਰਹਿੰਦਾ ਹੈ, ਸਿਰਫ ਮੋਡੀਫਾਈਡ ਹੁੰਦਾ ਹੈ। ਨਵੀਆਂ ਨਵੀਆਂ ਪੌੜੀਆਂ ਅਤੇ ਨਵੇਂ ਨਵੇਂ ਰੰਗ ਲੈਂਦਾ ਚਲਾ ਜਾਂਦਾ ਹੈ, ਅਤੇ ਹਰ ਪੌੜੀ 'ਤੇ ਆਕੜ ਉਹਨੂੰ ਨਵੀਂ ਹਾਸਲ ਹੋ ਜਾਂਦੀ ਹੈ। ਉਹ ਆਨੰਦ ਨਾਲ ਭਰ ਜਾਂਦਾ ਹੈ। ਅਧਿਆਤਮ ਦੀ ਵੀ ਅਜਿਹੀ ਆਕੜ ਹੈ, ਪਰ ਅਜਿਹਾ ਅਧਿਆਤਮ ਹੀ ਨਹੀਂ ਹੁੰਦਾ। ਮੇਰੀ ਦ੍ਰਿਸ਼ਟੀ 'ਚ ਅਧਿਆਤਮ ਸਦਾ ਹੀ ਇੱਕ ਛਲਾਂਗ ਹੈ, ਜੰਪ ਹੈ, ਜੰਪ ਇਨਟੂ ਅਨਨੋਨ। ਅਤੇ ਅਨਨੋਨ ਦੀ ਅਸੀਂ ਗ੍ਰੇਡੇਸ਼ਨਸ ਨਹੀਂ ਕਰ ਸਕਦੇ, ਨਹੀਂ ਤਾਂ ਉਹ ਨੋਨ ਹੋ ਜਾਏਗਾ। ਅਨਨੋਨ ਦਾ ਅਸੀਂ ਨਕਸ਼ਾ ਨਹੀਂ ਬਣਾ ਸਕਦੇ, ਨਹੀਂ ਤਾਂ ਉਹ ਨੋਨ ਹੋ ਜਾਏਗਾ। ਅਨਨੋਨ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕੁਝ ਮਿਲੇਗਾ ਕਿ ਖੋਏਗਾ। ਜੇਕਰ ਇੰਨਾ ਵੀ ਪੱਕਾ ਹੋ ਜਾਏ ਤਾਂ ਉਹ ਅਨਨੋਨ ਨਾ ਰਹਿ ਜਾਏ। ਸੋ ਨੋਨ ਤੋਂ ਅਨਨੋਨ ਵਿੱਚ, ਗਿਆਤ ਤੋਂ ਅਗਿਆਤ ਵਿੱਚ ਜੋ ਛਲਾਂਗ ਹੈ, ਉਹ ਸਾਡਾ ਇਹ ਜੋ ਚਿੱਤ ਕੁਆਂਟਿਟੀ, ਗ੍ਰੇਡੇਸ਼ਨਸ, ਗ੍ਰੈਜੂਅਲਨੈਸ, ਨਿਯਮ ਕ੍ਰਮ ਇਸ ਭਾਸ਼ਾ 'ਚ ਸੋਚਦਾ ਹੈ। ਘੱਟ ਅਤੇ ਵੱਧ ਉਹ ਕਦੇ ਨਹੀਂ ਦੱਸਦਾ। ਉਹ ਤੋਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਇਸ ਲਈ ਜਦ ਤੱਕ ਅਸੀਂ ਨਹੀਂ ਹਾਂ ਉਹ, ਤਦ ਤੱਕ ਇਹ ਜਾਣਨਾ ਮੁਨਾਸਬ ਹੈ ਕਿ ਸਾਧਕ ਨਹੀਂ ਹਾਂ। ਘੱਟ ਸਾਧਕ ਜਾਣਨਾ ਖਤਰਨਾਕ ਹੈ। ਮੈਂ ਤੁਹਾਨੂੰ ਪ੍ਰੇਮ ਨਹੀਂ ਕਰਦਾ, ਇਹ ਜਾਣਨਾ ਬਹੁਤ ਹੀ ਠੀਕ ਹੈ ਕਿ ਮੈਂ ਪ੍ਰੇਮ ਨਹੀਂ ਕਰਦਾ। ਘੱਟੋ ਘੱਟ ਇਹ ਸੱਚ ਤਾਂ ਹੈ। ਅਤੇ ਨਾ ਪ੍ਰੇਮ ਕਰਨ ਦੀ ਵੀ ਆਪਣੀ ਪੀੜ ਹੈ, ਜਿਹਨੇ ਮੈਨੂੰ ਜਕੜਿਆ ਹੋਇਆ, ਜੋ ਮੈਨੂੰ ਕੱਟੇਗੀ, ਦਿਨ ਰਾਤ ਕੰਡੇ ਵਾਂਗ ਚੁਭੇਗੀ ਕਿ ਮੈਂ ਪ੍ਰੇਮ ਨਹੀਂ ਕਰਦਾ, ਮੈਂ ਪ੍ਰੇਮ ਕੀਤਾ ਹੀ ਨਹੀਂ। ਇੰਨਾ ਘਣਾ ਹੁੰਦਾ ਜਾਏਗਾ ਕਿ ਮੈਨੂੰ ਪ੍ਰੇਮ ਦੀ ਛਲਾਂਗ ਲਾਉਣੀ ਪਏਗੀ। ਇੰਨੀ ਚੋਭ ਗਹਿਰੀ ਹੋ ਜਾਏਗੀ ਕਿ ਜਿਸ ਜ਼ਮੀਨ 'ਤੇ ਮੈਂ ਖੜਾ ਉਹ ਅੱਗ ਹੋ ਜਾਏਗੀ। ਮੈਨੂੰ ਉਸ 'ਚ ਛਲਾਂਗ ਲਾਉਣੀ ਪਏਗੀ, ਕਿਉਂਕਿ ਉੱਥੇ ਖੜਾ ਰਹਿਣਾ ਅਸੰਭਵ ਹੋ ਜਾਏਗਾ। ਪਰ ਸਾਡਾ ਕਨਿੰਗ ਹੈ ਮਨ, ਉਹ ਕਹਿੰਦਾ ਕਿ ਨਹੀਂ, ਅਜਿਹਾ ਨਹੀਂ ਹੈ ਕਿ ਮੈਂ ਪ੍ਰੇਮ ਨਹੀਂ ਕਰਦਾ, ਥੋੜ੍ਹਾ ਕਰਦਾ, ਥੋੜ੍ਹਾ ਹੋਰ ਪਿਆਰ ਕਰਾਂਗਾ, ਥੋੜ੍ਹਾ ਹੋਰ ਜ਼ਿਆਦਾ ਕਰਾਂਗਾ। ਇਸ ਤਰ੍ਹਾਂ ਜ਼ਮੀਨ ਕਦੇ ਇੰਨਾ ਗਰਮ ਨਹੀਂ ਹੋ ਪਾਉਂਦੀ ਥੋੜ੍ਹੇ ਦੀ ਵਜ੍ਹਾ ਨਾਲ ਮੈਨੂੰ ਅਜਿਹਾ ਲੱਗੇ ਕਿ ਛਲਾਂਗ ਲਾਵਾਂ। ਮੈਂ ਕਹਿੰਦਾ ਕਿ ਥੋੜ੍ਹਾ ਤਾਂ ਕਰਦਾ ਹੀ ਹਾਂ, ਥੋੜ੍ਹਾ ਹੋਰ ਵਧਾ ਲਵਾਂਗਾ, ਥੋੜ੍ਹਾ ਹੋਰ ਵਧਾ ਲਵਾਂਗਾ। ਇਸ ਲਈ
ਨਹੀਂ ਕਰਨ ਦੀ ਪੀੜ ਕਦੇ ਵੀ ਬਹੁਤ ਸਪਸ਼ਟ ਨਹੀਂ ਹੋ ਪਾਉਂਦੀ। ਹੁਣ ਇੱਕ ਆਦਮੀ ਮਾਲਾ ਫੇਰ ਰਿਹਾ ਹੈ ਤਾਂ ਉਹ ਕਹਿੰਦਾ ਹੈ ਕਿ ਥੋੜ੍ਹੀ ਸਾਧਨਾ ਕਰਦੇ ਹਾਂ। ਇਸ ਥੋੜ੍ਹੀ ਸਾਧਨਾ ਕਰਨ ਨਾਲ ਉਹ ਸਦਾ ਆਪਣੇ ਆਪ ਨੂੰ ਸਾਧਨਾ ਤੋਂ ਬਚਾ ਲਏਗਾ, ਕਿਉਂਕਿ ਉਹ ਕਹੇਗਾ ਕਿ ਅਜਿਹਾ ਥੋੜ੍ਹਾ ਹੀ ਹੈ ਕਿ ਅਸੀਂ ਨਹੀਂ ਕਰ ਰਹੇ, ਥੋੜ੍ਹਾ ਅਸੀਂ ਕਰ ਹੀ ਰਹੇ ਹਾਂ। ਇੱਕ ਮੰਤਰ ਜਾਪ ਕਰ ਰਿਹਾ ਹੈ, ਉਹ ਕਹਿ ਰਿਹਾ ਕਿ ਥੋੜ੍ਹਾ ਅਸੀਂ ਕਰ ਰਹੇ ਹਾਂ। ਅਜਿਹਾ ਨਹੀਂ ਹੈ ਕਿ ਅਸੀਂ ਖਾਲੀ ਬੈਠੇ ਹਾਂ, ਅਸੀਂ ਬੇਕਾਰ ਬੈਠੇ ਹਾਂ। ਜਾਰੀ ਹੈ, ਉਹ ਆਪਣੇ ਮਨ ਨੂੰ ਸਮਝਾ ਰਿਹਾ ਹੈ ਕਿ ਕੁਝ ਚੱਲ ਰਿਹਾ ਹੈ, ਕੁਝ ਚੱਲ ਰਿਹਾ ਹੈ, ਕੁਝ ਚੱਲ ਰਿਹਾ ਹੈ। ਇਉਂ ਕੰਮ ਨਹੀਂ ਹੋਏਗਾ, ਇਹ ਧੋਖਾ ਹੈ, ਡਿਸੈਂਪਸ਼ਨ ਹੈ ਬਹੁਤ ਗਹਿਰੇ ਵਿੱਚ। ਧੰਨਵਾਦ।